हाँ जी, वाहिगुरू जी का खालसा वाहिगुरू जी की फतेह जी। ਆਪ ਸਭ ਦਰਸ਼ਕਾਂ ਦਾ ਮੁੜ ਇੱਕ ਵਾਰ ਬਹੁਤ-ਬਹੁਤ ਸਵਾਗਤ ਹੈ ਜੀ ਵਿਰਸਾ ਚੈਨਲ ਤੇ, ਜਿੱਥੇ ਤੁਸੀਂ ਅਲੱਗ-ਅਲੱਗ ਪ੍ਰਕਾਰ ਦੇ ਵਿਸ਼ਿਆਂ ਸੰਬੰਧੀ ਅਲੱਗ-ਅਲੱਗ ਪ੍ਰਕਾਰ ਦੀ ਵੀਡੀਓਜ਼ ਦੇਖਦੇ ਹੋ ਜੀ। ਸੋ ਇਸੇ ਸਬੰਧ ਦੇ ਵਿੱਚ ਤੁਹਾਡੇ ਸਾਹਮਣੇ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ। ਉਮੀਦ ਹੈ ਆਪ ਸਾਰਿਆਂ ਨੂੰ ਇਹ ਵੀਡੀਓ ਪਸੰਦ ਆਵੇਗੀ। ਸੋ ਆਓ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ। ਸਾਧ ਸੰਗਤ ਜੀ, ਅਸੀਂ ਸਾਰੇ ਹੀ ਜਾਣਦੇ ਹਾਂ ਕਿ ਸਿੱਖ ਕੌਮ ਦਾ ਇਤਿਹਾਸ ਕਿਤਨਾ ਹੀ ਲਾਸਾਨੀ ਭਰਿਆ ਤੇ ਸ਼ਹਾਦਤ ਨਾਲ ਭਰਿਆ ਹੋਇਆ ਹੈ। ਸਿੱਖ ਕੌਮ ਦੇ ਹਰ ਇਤਿਹਾਸ ਦੇ ਪੰਨੇ ਦੇ ਵਿੱਚ ਇੱਕ ਜਗ੍ਹਾ ਤੇ ਸਿੰਘਾਂ ਦੇ ਖੂਨ ਦੇ ਨਾਲ ਉਹ ਇਤਿਹਾਸ ਸਿਰਜਿਆ ਗਿਆ ਹੈ ਤੇ ਫਿਰ ਉਹ ਇਤਿਹਾਸ ਕਿਸੇ ਵੀ ਪ੍ਰਾਂਤ ਦਾ ਕਿਉਂ ਨਾ ਹੋਵੇ, ਹਰ ਜਗ੍ਹਾ ਤੇ ਸਿੱਖਾਂ ਨੇ ਆਪਣਾ ਖੂਨ ਡੋਲ ਕੇ ਹਰ ਇੱਕ ਧਰਤੀ ਦੇ ਵਿੱਚ ਇੱਕ ਨਵਾਂ ਇਤਿਹਾਸ ਸਿਰਜਿਆ ਹੈ। ਸੋ ਇਸੇ ਸਬੰਧ ਦੇ ਵਿੱਚ ਆਪ ਜੀ ਦੇ ਨਾਲ ਇੱਕ ਬਹੁਤ ਹੀ ਵਡਮੁੱਲਾ ਇਤਿਹਾਸ ਸਾਂਝਾ ਕਰਨ ਜਾ ਰਹੇ ਹਾਂ, ਜੋ ਕਿ ਸੰਬੰਧਿਤ ਹੈ ਸਿੱਖ ਇਤਿਹਾਸ ਦੇ ਵਿੱਚੋਂ ਛੋਟੇ ਘੱਲੂਘਾਰੇ ਦੇ ਨਾਲ। ਸੋ ਆਓ ਅੱਜ ਇਸ ਛੋਟੇ ਘੱਲੂਘਾਰੇ ਦੇ ਨਾਲ ਅਸੀਂ ਵਿਚਾਰ ਕਰਦੇ ਹਾਂ ਜੀ। ਇਸ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਆਪ ਸਾਰਿਆਂ ਪ੍ਰਤੀ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ, ਨਾਲ ਦੇ ਨਾਲ ਬੈਲ ਆਈਕਨ ਨੂੰ ਦਬਾ ਦੇਣਾ ਤਾਂ ਜੋ ਹਰ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਪਹੁੰਚੇ, ਤੇ ਨਾਲ ਹੀ ਵੀਡੀਓ ਨੂੰ ਅੱਗੇ ਜਾ ਕੇ ਸ਼ੇਅਰ ਵੀ ਕਰਨਾ। ਕਮੈਂਟਸ ਦੇ ਵਿੱਚ ਦੱਸਣਾ ਕਿ ਵੀਡੀਓ ਕਿਹੋ ਜਿਹੀ ਲੱਗੀ, ਤੇ ਅਗਰ ਇਹੋ ਜਿਹੇ ਟੌਪਿਕਸ ਤੁਹਾਨੂੰ ਹੋਰ ਚਾਹੀਦੇ ਨੇ ਤਾਂ ਸਾਨੂੰ ਥੱਲੇ ਕਮੈਂਟਸ ਵਿੱਚ ਦੱਸ ਦੇਣਾ ਜੀ। ਸਿੱਖ ਇਤਿਹਾਸ ਦੇ ਵਿੱਚ ਘੱਲੂਘਾਰੇ ਦਾ ਇੱਕ ਬਹੁਤ ਵੱਡਾ ਮਹੱਤਵ ਹੈਗਾ। ਜੇ ਗੱਲ ਕਰੀਏ ਘੱਲੂਘਾਰਾ ਸ਼ਬਦ ਦੀ ਤਾਂ ਇਸ ਬਾਰੇ ਪੰਥ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਕਾਹਨ ਸਿੰਘ ਜੀ ਨਾਭਾ ਆਪਣੀ ਮਹਾਨ ਰਚਨਾ ਮਹਾਨ ਕੋਸ਼ ਦੇ ਵਿੱਚ ਦੱਸਦੇ ਹਨ ਕਿ ਘੱਲੂਘਾਰੇ ਦਾ ਮਤਲਬ ਹੁੰਦਾ ਇੱਕ ਤਬਾਹੀ, ਗਾਰਤੀ ਜਾਂ ਸਰਵਨਾਸ਼। ਭਾਵ ਇੱਕ ਐਸੀ ਤਬਾਹੀ ਜਿਸ ਵਿੱਚ ਹਜ਼ਾਰਾਂ ਤੇ ਲੱਖਾਂ ਬੇਗੁਨਾਹ ਸਿੰਘ ਸਿੰਘਣੀਆਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਹੈ। ਸੋ ਐਸੇ ਹੀ ਘੱਲੂਘਾਰੇ ਕੌਮ ਦੇ ਵਿੱਚ ਵੀ ਹੋਏ ਹਨ। ਪ੍ਰਮੁੱਖ 3 ਘੱਲੂਘਾਰੇ ਸਿੱਖ ਕੌਮ ਨੇ ਹੰਢਾਏ ਹਨ। ਪਹਿਲਾ ਦਾ ਘੱਲੂਘਾਰਾ ਜਿਸ ਦੀ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ, ਜੋ ਕਿ 2 ਜੇਠ ਸੰਮਤ 1803 ਦੇ ਵਿੱਚ ਵਾਪਰਿਆ ਸੀਗਾ। ਉਪਰੰਤ ਵੱਡਾ ਘੱਲੂਘਾਰਾ 28 ਮਾਘ ਸੰਮਤ 1818 ਭਾਵ 5 ਫਰਵਰੀ ਸਨ 1762 ਨੂੰ ਜੋ ਅਹਿਮਦ ਸ਼ਾਹ ਅਬਦਾਲੀ ਵਾਲਾ ਘੱਲੂਘਾਰਾ ਸਿੰਘਾਂ ਨੇ ਵੇਖਿਆ ਹੈ। ਤੇ ਉਸ ਤੋਂ ਬਾਅਦ ਤੀਜਾ ਘੱਲੂਘਾਰਾ ਜੋ ਕਿ 1984 ਦਾ ਦੁਖਾਂਤ ਸਿੱਖ ਕੌਮ ਨੇ ਹੰਢਾਇਆ ਹੈ। ਸੋ ਇਹ ਚੀਜ਼ਾਂ ਜਿਹੜੀਆਂ ਨੇ ਘੱਲੂਘਾਰੇ ਦੇ ਵਿੱਚ ਸ਼ਾਮਲ ਹੁੰਦੀਆਂ ਨੇ। ਸੋ ਆਓ ਇਸੇ ਸੰਬੰਧ ਦੇ ਵਿੱਚ ਅਸੀਂ ਵਿਚਾਰ ਕਰਦੇ ਹਾਂ ਛੋਟੇ ਘੱਲੂਘਾਰੇ ਤੇ। ਆਓ ਰਲ ਮਿਲ ਕੇ ਇਸ ਛੋਟੇ ਘੱਲੂਘਾਰੇ ਤੇ ਵਿਚਾਰ ਕਰੀਏ ਜੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਖਾਲਸਾ ਰਾਜ ਦੀ ਸਥਾਪਨਾ ਕੀਤੀ ਤੇ ਉਸ ਤੋਂ ਬਾਅਦ ਸਿੱਖ ਰਾਜ ਸਥਾਪਿਤ ਹੋਣ ਤੋਂ ਬਾਅਦ ਮੁਗਲਾਂ ਨੇ ਫਿਰ ਸਿੰਘਾਂ ਉੱਤੇ ਆਪਣਾ ਜ਼ੋਰ ਦਿਖਾਇਆ। ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰ ਦਿੱਤਾ ਤੇ ਉਸ ਤੋਂ ਬਾਅਦ ਜੋ ਕਹਿਰ ਸਿੰਘਾਂ ਨੇ ਹੰਢਾਇਆ ਉਹ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਹਕੂਮਤ ਨੇ ਸਿੱਖਾਂ ਦਾ ਨਾਂ ਨਿਸ਼ਾਨ ਮਿਟਾਉਣ ਦੀ ਸਹੁੰ ਖਾ ਚੁੱਕੀ ਸੀ। ਭਾਈ ਤਾਰੂ ਸਿੰਘ, ਭਾਈ ਸੁਬੇਗ ਸਿੰਘ, ਭਾਈ ਸ਼ਾਬਾਸ਼ ਸਿੰਘ, ਭਾਈ ਮਨੀ ਸਿੰਘ ਤੇ ਹੋਰ ਅਨੇਕਾਂ ਸਿੰਘ ਸ਼ਹੀਦ ਕੀਤੇ ਜਾ ਚੁੱਕੇ ਸਨ। ਜਿੱਥੇ ਵੀ ਕੋਈ ਸਿੱਖ ਲੱਭਦਾ ਸੀ ਉਸ ਨੂੰ ਮਾਰ ਦਿੱਤਾ ਜਾਂਦਾ ਸੀ। ਸਭ ਲੋਕਾਂ ਨੂੰ ਹੁਕਮ ਦਿੱਤਾ ਗਿਆ ਸੀ ਕਿ ਕੋਈ ਵੀ ਸਿੱਖਾਂ ਨੂੰ ਓਟ ਆਸਰਾ ਤੇ ਟਿਕਾਣਾ ਨਾ ਦੇਵੇ। ਸਿੰਘਾਂ ਨੂੰ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਆਪਣੇ ਘਰ-ਬਾਰ ਤਿਆਗ ਕੇ ਜੰਗਲਾਂ ਦੇ ਵਿੱਚ ਟਿਕਾਣਾ ਕਰਨਾ ਪਿਆ। ਕੁਝ ਕੋ ਖਾੜਕੂ ਸਿੰਘ ਜੋ ਮੁਗਲਾਂ ਨਾਲ ਲੋਹਾ ਲੈਂਦੇ ਤੇ ਅੰਤ ਦੇ ਵਿੱਚ ਉਹਨਾਂ ਦਾ ਸਮਾਨ ਵੀ ਲੁੱਟਦੇ ਸਨ। ਸੋ ਇਸ ਪਾਸੋਂ ਹੀ ਹਕੂਮਤ ਨੇ ਉਹਨਾਂ ਨੂੰ ਕਾਫੀ ਤਸੀਹੇ ਦੇਣੇ ਸ਼ੁਰੂ ਕਰ ਦਿੱਤੇ ਸਨ। ਉਸ ਸਮੇਂ ਦੇ ਸਿੰਘਾਂ ਦੇ ਸਭ ਤੋਂ ਵੱਡੇ ਦੁਸ਼ਮਣ ਬਣ ਚੁੱਕੀ ਸੀ ਮੁਗਲਿਆ ਹਕੂਮਤ ਤੇ ਉਸ ਸਮੇਂ ਦਾ ਪੰਜਾਬ ਦਾ ਗਵਰਨਰ ਜ਼ਕਰੀਆ ਖਾਨ। ਜ਼ਕਰੀਆ ਖਾਨ ਨੇ ਥਾਂ ਸਿੰਘਾਂ ਨੂੰ ਸ਼ਹੀਦ ਕਰਵਾਇਆ। ਉਸਨੇ ਕਈ ਵਿਦਵਾਨ ਸਿੰਘ, ਭਾਈ ਮਨੀ ਸਿੰਘ ਜੀ, ਭਾਈ ਤਾਰੂ ਸਿੰਘ ਜੀ, ਐਸੇ ਸਿੰਘਾਂ ਨੂੰ ਵੀ ਉਸਨੇ ਤਸੀਹੇ ਦੇ ਕੇ ਸ਼ਹੀਦ ਕਰਵਾਇਆ ਸੀ। ਉਪਰੰਤ ਭਾਈ ਤਾਰੂ ਸਿੰਘ ਦੀ ਸ਼ਹਾਦਤ ਤੋਂ ਬਾਅਦ ਉਸ ਨੂੰ ਵੀ ਰੱਬੀ ਕਹਿਰ ਦਾ ਸਾਹਮਣਾ ਕਰਨਾ ਪਿਆ ਤੇ ਉਹ ਵੀ ਇਸ ਸੰਸਾਰ ਤੋਂ ਪਾਪ ਕਮਾਉਂਦੇ ਹੋਏ ਚਲਾ ਗਿਆ। ਉਸ ਦੇ ਦਰਬਾਰ ਦੇ ਵਿੱਚ ਐਸੇ ਹੀ ਕੁਝ ਐਸੇ ਦਰਬਾਰੀ ਸਨ ਜੋ ਕਿ ਉਸ ਨੂੰ ਹਮੇਸ਼ਾ ਸਿੱਖਾਂ ਦੇ ਖਿਲਾਫ ਭੜਕਾਉਂਦੇ ਸਨ। ਉਹਨਾਂ ਦੇ ਵਿੱਚੋਂ ਕਈ ਕਾਜ਼ੀ ਸਨ ਤੇ ਇੱਕ ਜਿਸ ਦਾ ਨਾਮ ਸਿੱਖ ਪੰਥ ਦੇ ਇਤਿਹਾਸ ਦੇ ਵਿੱਚ ਬਹੁਤ ਮਸ਼ਹੂਰ ਲਿਖਿਆ ਗਿਆ ਹੈ, ਦੀਵਾਨ ਲਖਪਤ ਰਾਏ, ਜੋ ਕਿ ਸਿੱਖਾਂ ਦਾ ਪੱਕਾ ਵੈਰੀ ਸੀਗਾ। ਉਹ ਹਰ ਵਕਤ ਚਾਹੁੰਦਾ ਸੀ ਕਿ ਨਾਨਕ ਨਾਮ ਲੈਵਾ ਸਿੱਖ ਦੁਨੀਆ ਤੋਂ ਖਤਮ ਹੋ ਜਾਣ। ਦੀਵਾਨ ਲਖਪਤ ਰਾਏ ਨੇ ਹੀ ਕਾਫੀ ਵਾਰ ਜ਼ਕਰੀਆ ਖਾਨ ਨੂੰ ਸਿੱਖਾਂ ਨੂੰ ਖਤਮ ਕਰਨ ਦੇ ਲਈ ਭੜਕਾਇਆ ਤੇ ਇੰਜ
ਉਸ ਦੇ ਇਹ ਮਨਸੂਬੇ ਕਾਫੀ ਵਾਰ ਕਾਮਯਾਬ ਵੀ ਹੋਏ। ਜ਼ਕਰੀਆ ਖਾਨ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਅੱਗੇ ਯਹੀਆ ਖਾਨ ਉਸ ਦੀ ਗੱਦੀ ਤੇ ਬੈਠਿਆ। ਉਹ ਤਾਂ ਪਹਿਲਾਂ ਸਿੰਘਾਂ ਨਾਲ ਚੰਗਾ ਵਿਹਾਰ ਰੱਖਦਾ ਸੀਗਾ, ਪਰ ਦੀਵਾਨ ਲਖਪਤ ਰਾਏ ਹਮੇਸ਼ਾ ਇਹ ਚਾਹੁੰਦਾ ਸੀ ਕਿ ਕਿਸੇ ਤਰੀਕੇ ਦੇ ਨਾਲ ਅਸੀਂ ਸਿੰਘਾਂ ਨੂੰ ਖਤਮ ਕਰੀਏ। ਇਹ ਆਪਣੇ ਪਿਓ ਦੀ ਹੀ ਨਸਲ ਸੀ ਜੋ ਚਾਹੁੰਦਾ ਸੀ ਅਸੀਂ ਸਿੱਖਾਂ ਨੂੰ ਖਤਮ ਕਰ ਦਈਏ। ਪਰ ਸਭ ਭਾਈ ਸੁਬੇਗ ਸਿੰਘ ਜੀ, ਜੋ ਕਿ ਉਸ ਸਮੇਂ ਲਾਹੌਰ ਦਰਬਾਰ ਦੇ ਇੱਕ ਉੱਚੇ ਵਿਦਵਾਨ ਸਨ, ਉਹਨਾਂ ਦੇ ਕਰਕੇ ਹੀ ਹਜੇ ਤੱਕ ਇਹ ਚੁੱਪ ਬੈਠਿਆ ਸੀਗਾ। ਇੰਝ ਹੀ ਫਰਵਰੀ ਮਾਰਚ 1746 ਈਸਵੀ ਨੂੰ ਥਾਂ ਤੋਂ ਥੱਕਿਆ ਸਿੰਘਾਂ ਦਾ ਇੱਕ ਜੱਥਾ ਐਮਨਾਬਾਦ ਪੁੱਜਾ। ਉਹ ਗੁਰਦੁਆਰਾ ਰੋੜੀ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦੇ ਸਨ, ਪਰ ਉੱਥੋਂ ਦੇ ਫੌਜਦਾਰ ਜਸਪਤ ਰਾਏ, ਜੋ ਕਿ ਦੀਵਾਨ ਲਖਪਤ ਰਾਏ ਦਾ ਭਰਾ ਸੀ, ਅਤੇ ਸਿੱਖ ਇਤਿਹਾਸ ਦੇ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਜਸਪਤ ਰਾਏ ਨੇ ਹੀ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਦੇ ਵਿੱਚ ਉਸ ਦਾ ਵੀ ਇੱਕ ਹੱਥ ਸੀਗਾ। ਜਸਪਤ ਰਾਏ ਨੇ ਉਹਨਾਂ ਨੂੰ ਕਹਿ ਭੇਜਿਆ ਕਿ ਇੱਥੇ ਹੁਣੇ ਚਲੇ ਜਾਓ। ਅੱਗੋਂ ਸਿੰਘਾਂ ਨੇ ਉੱਤਰ ਦਿੱਤਾ ਕਿ ਅਸੀਂ ਕਈ ਦਿਨਾਂ ਦੇ ਭੁੱਖੇ ਹਾਂ, ਕੇਵਲ ਇੱਕ ਰਾਤ ਰਹਿ ਕੇ ਇੱਥੇ ਮੁੱਲ ਲੈ ਕੇ ਅੰਨ ਪਾਣੀ ਛਕਾਂਗੇ ਤੇ ਸਵੇਰੇ ਚਲੇ ਜਾਵਾਂਗੇ। ਪਰ ਜਸਪਤ ਹੰਕਾਰਿਆ ਹੋਇਆ ਸੀ। ਉਹ ਫੌਜ ਲੈ ਕੇ ਸਿੱਖਾਂ ਉਦਾਲਿਆ ਆਇਆ। ਸਿੱਖਾਂ ਨੇ ਅੱਗੋਂ ਡਟ ਕੇ ਟਾਕਰਾ ਕੀਤਾ। ਕਾਫੀ ਦੇਰ ਤੋਂ ਇਸ ਜੰਗ ਤੋਂ ਬਾਅਦ ਜਸਪਤ ਰਾਏ ਆਪਣੀ ਹਾਥੀ ਦੇ ਉੱਪਰ ਬੈਠਿਆ ਹੋਇਆ ਸੀ ਤਾਂ ਇੱਕ ਉਸ ਸਮੇਂ ਜੁਝਾਰੂ ਸਿੰਘ, ਜਿਸ ਦਾ ਨਾਮ ਸਿੱਖ ਇਤਿਹਾਸ ਦੇ ਵਿੱਚ ਨਿਭਾਊ ਸਿੰਘ ਕਰਕੇ ਪ੍ਰਸਿੱਧ ਹੈ, ਉਸ ਨੇ ਹਾਥੀ ਉੱਤੇ ਚੜ ਕੇ ਜਸਪਤ ਰਾਏ ਦਾ ਸਿਰ ਵੱਢ ਲਿਆ। ਫੌਜਦਾਰ ਦਾ ਡਿਗੜਾ ਹੀ ਸੀ ਜਾਂ ਗਾਂਢੀ ਵਾਈਆਂ ਧਾੜਾਂ ਤੇ ਤਨਖਾਹਦਾਰ ਸਿਪਾਹੀਆਂ ਦਾ ਭਜਦਿਆਂ ਦਾ ਪਤਾ ਨਾ ਲੱਗਾ। ਜਿਵੇਂ ਕਿ ਪਹਿਲਾਂ ਦੱਸਿਆ ਜਾ ਚੁੱਕਿਆ ਹੈ ਕਿ ਦੀਵਾਨ ਲਖਪਤ ਰਾਏ ਤੇ ਦੀਵਾਨ ਜਸਪਤ ਰਾਏ ਇਹ ਦੋਵੇਂ ਹੀ ਆਪਸ ਦੇ ਵਿੱਚ ਭਰਾ ਸਨ, ਜੋ ਕਿ ਕਲਾਨੌਰ ਦੇ ਖੱਤਰੀ ਵੀ ਸਨ। ਲਖਪਤ ਰਾਏ 1726 ਈਸਵੀ ਤੋਂ ਲੈ ਕੇ 21 ਮਾਰਚ 1747 ਈਸਵੀ ਤੱਕ ਲਾਹੌਰ ਦਾ ਦੀਵਾਨ ਯਾਨੀ ਕਿ ਗਵਰਨਰ ਦਾ ਵਜ਼ੀਰ ਰਿਹਾ ਹੈ। ਹੁਣ ਜਦ ਲਖਪਤ ਰਾਏ ਨੇ ਆਪਣੇ ਭਰਾ ਦੇ ਮਾਰੇ ਜਾਣ ਦੀ ਖਬਰ ਸੁਣੀ ਤਾਂ ਉਹ ਗੁੱਸੇ ਨਾਲ ਲਾਲ ਪੀਲਾ ਹੋ ਗਿਆ। ਉਸਨੇ ਗੁੱਸੇ ਵਿੱਚ ਆ ਕੇ ਇੱਕ ਕਸਮ ਖਾਧੀ ਕਿ ਮੈਂ ਉਸ ਨੂੰ ਮੁਕਾ ਕੇ ਹੀ ਦਮ ਲਵਾਂਗਾ। ਉਹਦਾ ਖਿਆਲ ਸੀ ਕਿ ਮੇਰੀ ਨਰਮੀ ਕਰਕੇ ਹੀ ਸਿੱਖ ਬਚੇ ਹੋਏ ਹਨ, ਨਹੀਂ ਤਾਂ ਮੈਂ ਮਟਾਉਣਾ ਚਾਹਾਂ ਤਾਂ ਇਹ ਬਚ ਨਹੀਂ ਸਕਦੇ। ਉਹਨੇ ਹੰਕਾਰ ਵਿੱਚ ਇੱਥੋਂ ਤੱਕ ਕਿਹਾ ਕਿ ਇੱਕ ਖੱਤਰੀ ਨੇ ਇਹ ਪੰਥ ਚਲਾਇਆ ਸੀ ਤੇ ਹੁਣ ਇੱਕ ਖੱਤਰੀ ਦੇ ਹੱਥੋਂ ਹੀ ਇਹ ਮੁੱਕੇਗਾ। ਉਸਨੇ ਸੂਬੇ ਵੱਲੋਂ ਐਲਾਨ ਕਰਵਾ ਦਿੱਤਾ ਕਿ ਸਿੱਖਾਂ ਨੂੰ ਮਾਰ ਮੁਕਾ ਦਿੱਤਾ ਜਾਵੇ। ਪਹਿਲਾ ਕੰਮ ਇਹ ਕੀਤਾ ਕਿ ਲਾਹੌਰ ਵਿੱਚ ਜਿੰਨੇ ਸਿੱਖ ਵਸਦੇ ਸਨ ਉਹਨਾਂ ਨੂੰ ਗ੍ਰਿਫਤਾਰ ਕਰਕੇ ਸੋਮਵਾਰ ਮਾਰਚ 1744 ਨੂੰ ਬੁਚੜਾਂ ਦੇ ਹਵਾਲੇ ਕੀਤਾ ਗਿਆ ਤਾਂ ਕਿ ਉਹਨਾਂ ਨੂੰ ਕਤਲ ਕੀਤਾ ਜਾਵੇ। ਉਸ ਸਮੇਂ ਹਿੰਦੂ ਆਗਿਆਂ ਦਾ ਇੱਕ ਡੈਪੂਟੇਸ਼ਨ, ਜਿਸ ਵਿੱਚ ਲਖਪਤ ਰਾਏ ਦੇ ਕੁਲ ਗੁਰੂ ਗੁਸਾਈ ਜਗਤ ਭਗਤ, ਦੀਵਾਨ ਕੌੜਾ ਮਲ ਜੋ ਕਿ ਸਿੱਖ ਇਤਿਹਾਸ ਵਿੱਚ ਦੀਵਾਨ ਮਿੱਠਾ ਮਲ ਕਰਕੇ ਪ੍ਰਸਿੱਧ ਹਨ, ਦੀਵਾਨ ਲੱਛੀ ਰਾਮ, ਦੀਵਾਨ ਸੂਰਤ ਮਲ, ਭਾਈ ਦੇਸ ਰਾਜ ਅਤੇ ਚੌਧਰੀ ਜਵਾਹਰ ਮਲ ਆਦਿ ਸ਼ਾਮਲ ਸਨ। ਦੀਵਾਨ ਲਖਪਤ ਰਾਏ ਨੂੰ ਮਿਲੇ ਉਹਨਾਂ ਨੇ ਉਸ ਨੂੰ ਕਿਹਾ ਕਿ ਬਦੋਸ਼ੀਆਂ ਦਾ ਖੂਨ ਨਾ ਕਰੇ। ਖਾਸ ਕਰਕੇ ਸੋਮਾਵਤੀ ਮਸਿਆ ਵਾਲਾ ਦਿਨ ਹਿੰਦੂ ਕੁਲ ਰੀਤੀ ਦੇ ਵਿੱਚ ਬਹੁਤ ਹੀ ਪਵਿੱਤਰ ਮੰਨਿਆ ਜਾਂਦਾ ਹੈ। ਉਸ ਦਿਨ ਇਹ ਪਾਪ ਆਪਣੇ ਸਿਰ ਤੇ ਨਾ ਹੰਡਾ, ਇਸ ਪਾਪ ਤੋਂ ਬਾਜ਼ ਰਹਿ। ਪਰ ਉਸ ਹੰਕਾਰ ਵਿੱਚ ਫਸੇ ਹੋਏ ਇੱਕ ਬੰਦੇ ਨੇ ਇੱਕ ਵੀ ਨਾ ਮੰਨੀ। ਲਾਹੌਰ ਦੇ ਸਾਰੇ ਸਿੱਖ ਹੀ ਸ਼ਹੀਦ ਕੀਤੇ ਗਏ। ਹਰ ਜਗ੍ਹਾ ਇਹ ਡੋਂਡੀ ਪਿੱਟੀ ਗਈ ਕਿ ਕੋਈ ਆਦਮੀ ਸਿੱਖਾਂ ਦੀ ਬਾਣੀ ਨਾ ਪੜ੍ਹੇ ਤੇ ਕੋਈ ਗੁਰੂ ਸ਼ਬਦ ਮੂੰਹ ਤੋਂ ਨਾ ਕੱਢੇ। ਜਿਹੜਾ ਆਦਮੀ ਗੁਰੂ ਲਫ਼ਜ਼ ਕਹੇਗਾ ਉਹ ਫੜਿਆ ਜਾਵੇਗਾ ਤੇ ਉਸ ਦਾ ਪੇਟ ਚਾਕ ਕੀਤਾ ਜਾਵੇਗਾ। ਇਹ ਵੀ ਹੁਕਮ ਹੋਇਆ ਕਿ ਗੁੜ ਸ਼ਬਦ ਗੁਰ ਜਾਂ ਗੁਰੂ ਨਾਲ ਮਿਲਦਾ ਜੁਲਦਾ ਹੈ, ਇਹ ਵੀ ਨਾ ਵਰਤਿਆ ਜਾਵੇ ਤੇ ਗੁੜ ਨੂੰ ਰੋੜੀ ਕਿਹਾ ਜਾਵੇ। ਸ਼ਬਦ ਗ੍ਰੰਥ ਦੀ ਥਾਂ ਪੋਥੀ ਵਰਤਣ ਦਾ ਹੁਕਮ ਹੋਇਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬਹੁਤ ਸਾਰੀਆਂ ਬੀੜੀਆਂ ਇਕੱਠੀਆਂ ਕਰਕੇ ਦਰਿਆਵਾਂ ਦੇ ਖੂਹਾਂ ਵਿੱਚ ਸੁੱਟੀਆਂ ਗਈਆਂ। ਅੰਮ੍ਰਿਤਸਰ ਦਾ ਸਰੋਵਰ ਭੂਰ ਦਿੱਤਾ ਗਿਆ। ਇਧਰੋਂ ਦਲ ਖਾਲਸਾ ਜਸਪਤ ਨੂੰ ਕਤਲ ਕਰਕੇ ਐਮਨਾਬਾਦ ਲੁੱਟ ਕੇ ਰਾਵੀ ਦੇ ਜੰਗਲਾਂ ਵਿੱਚ ਆ ਵੜਿਆ। ਸ਼ਹਿਰੀ ਸਿੱਖਾਂ ਦੇ ਕਤਲ ਤੋਂ ਵੇਲਾ ਹੋ ਕੇ ਲਖਪਤ ਦਲ ਖਾਲਸੇ ਦੇ ਨਾਸ ਵਾਸਤੇ ਚੜਿਆ। ਲਾਹੌਰ ਦੀ ਸਾਰੀ ਫੌਜ ਸਣੇ ਤੋਪਖਾਨੇ ਤੇ ਇਲਾਕੇ ਦੇ ਸਭ ਫੌਜਦਾਰ ਤੇ ਚੌਧਰੀ ਆਪਣੀਆਂ ਧਾੜਾਂ ਸਰੇ ਲਖਪਤ ਦੇ ਨਾਲ ਸਨ। ਉਸ ਵੇਲੇ ਦਲ ਖਾਲਸੇ ਦੀ ਅਗਵਾਈ ਕੁਝ ਪ੍ਰਸਿੱਧ ਸਿੱਖ ਇਤਿਹਾਸ ਦੇ ਵਿੱਚ ਜੋ ਪ੍ਰਸਿੱਧ ਨਾਮਚੀਨ ਸਿੱਖ ਜਰਨੈਲ ਹਨ ਉਹ ਕਰ ਰਹੇ ਸਨ, ਜਿਨ੍ਹਾਂ ਵਿੱਚੋਂ ਸਰਦਾਰ ਜੱਸਾ ਸਿੰਘ ਜੀ ਆਲੂਵਾਲੀਆ, ਸਰਦਾਰ ਨੌਜ ਸਿੰਘ ਜੀ ਸ਼ੁਕਰਚੱਕੀਆ, ਸਰਦਾਰ ਸੁੱਖਾ ਸਿੰਘ ਜੀ ਮਾੜੀ ਕੰਬੋਕੀ ਵਾਲੇ ਤੇ ਸਰਦਾਰ ਗੁਰਦਿਆਲ ਸਿੰਘ ਜੀ ਡਲੀ ਵਾਲਿਆਂ ਦੇ ਜਥੇ ਸਨ। ਕਰੀਬ 15,000 ਸਿੱਖਾਂ ਨੇ ਉਸ ਸਮੇਂ ਕਾਨੂੰਵਾਨ ਜ਼ਿਲ੍ਹਾ ਗੁਰਦਾਸਪੁਰ ਦੀ ਛੰਮ ਵਿੱਚ ਪਨਾਹ ਲਈ ਹੋਈ ਸੀ। ਇਹ ਤਾਂ ਅਜਿਹੀ ਸੀ ਕਿ ਜਿੱਥੇ ਮੁਗਲ ਫੌਜਾਂ ਦਾ ਤੇ ਤੋਪਾਂ ਦਾ ਪੁੱਜਣਾ ਔਖਾ ਸੀ, ਪਰ ਮੁਗਲ ਫੌਜਾਂ ਨੇ ਜੰਗਲ ਕਟਵਾ ਕੇ ਲੰਘਣ ਲਈ ਰਾਹ ਬਣਾ ਲਿਆ। ਤੋਪਾਂ ਦੇ ਜ਼ੋਰ ਨਾਲ ਸਿੱਖਾਂ ਨੂੰ ਛੰਭੋ ਬਾਰ ਰਾਵੀ ਦਰਿਆ ਵੱਲ ਧੱਕਿਆ ਗਿਆ।
ਸਿੰਘ ਰਾਵੀ ਤੋਂ ਪਾਰ ਹੋ ਗਏ ਤੇ ਉਹਨਾਂ ਨੇ ਪੜੋਲ ਤੇ ਕਠੂਏ ਦੀ ਰੁਖ ਕੀਤਾ। ਲਖਪਤ ਵੀ ਉਹਨਾਂ ਦੀ ਮੋਹਰੀ ਚੜਿਆ ਆ ਰਿਹਾ ਸੀ। ਸਿੱਖਾਂ ਲਈ ਇੱਕੋ ਹੀ ਰਾਹ ਰਿਹਾ ਸੀ ਕਿ ਉਹ ਬਸੋਲੀ ਵੱਲ ਨੂੰ ਚਲੇ ਜਾਣ। ਉਹਨਾਂ ਨੂੰ ਆਸ ਸੀ ਕਿ ਉੱਥੋਂ ਦੀ ਹਿੰਦੂ ਜਨਤਾ ਉਹਨਾਂ ਨੂੰ ਪਨਾਹ ਦੇਵੇਗੀ, ਪਰ ਉਹਨਾਂ ਦੀ ਆਸ ਝੂਠੀ ਨਿਕਲੀ, ਕਿਉਂਕਿ ਉਹਨਾਂ ਲੋਕਾਂ ਨੂੰ ਪਹਿਲਾਂ ਹੀ ਲਾਹੌਰ ਦੇ ਹੁਕਮ ਪੁੱਜ ਚੁੱਕੇ ਸਨ ਕਿ ਸਿੱਖਾਂ ਨੂੰ ਓਟ ਆਸਰਾ ਨਾ ਦਿੱਤਾ ਜਾਵੇ। ਜਦ ਸਿੱਖ ਅਗਾਹ ਹੋਏ ਤਾਂ ਲੋਕਾਂ ਨੇ ਅੱਗੋਂ ਗੋਲੀਆਂ ਤੇ ਪੱਥਰਾਂ ਨਾਲ ਉਹਨਾਂ ਦਾ ਸਵਾਗਤ ਕੀਤਾ। ਉਹਨਾਂ ਨੂੰ ਉੱਥੇ ਹੀ ਠਹਿਰਨਾ ਪਿਆ। ਉਹ ਡਾਢੀ ਕੁੜਕੀ ਵਿੱਚ ਫਸ ਗਏ ਸਨ। ਸਾਹਮਣੇ ਪਾਸੇ ਤਿੱਖੇ ਸਿੱਧੇ ਪਹਾੜ ਸਨ, ਜਿਨ੍ਹਾਂ ਉੱਪਰੋਂ ਵਿਰੋਧੀ ਲੋਕ ਗੋਲੀਆਂ ਤੇ ਪੱਥਰਾਂ ਦੇ ਰੂਪ ਵਿੱਚ ਮੌਤ ਵਰਸਾ ਰਹੇ ਸਨ। ਉਹਨਾਂ ਦੇ ਸੱਜੇ ਪਾਸੇ ਚੜਿਆ ਹੋਇਆ ਦਰਿਆ ਸੀ ਅਤੇ ਉਹਨਾਂ ਦੇ ਮਗਰ ਮਾਰੋ ਕਰਦਾ ਵੈਰੀ ਆ ਰਿਹਾ ਸੀ। ਉਹਨਾਂ ਪਾਸ ਨਾ ਦਾਰੂ ਸੀ ਤੇ ਨਾ ਰਸਦ। ਉਹਨਾਂ ਦੇ ਘੋੜੇ ਭੁੱਖੇ ਤੇ ਪੈਂਡੇ ਨਾਲ ਕਮਜ਼ੋਰ ਹੋ ਚੁੱਕੇ ਸਨ ਅਤੇ ਪਹਾੜੀ ਰਸਤਿਆਂ ਵਿੱਚ ਡਿੱਗ ਪੈਂਦੇ ਸਨ। ਉਸ ਸਮੇਂ ਸਿੰਘ ਚਾਰੋਂ ਪਾਸਿਆਂ ਤੋਂ ਘੇਰੇ ਜਾ ਚੁੱਕੇ ਸਨ, ਪਰ ਇਸ ਬਿਪਤਾ ਦੇ ਸਮੇਂ ਵੀ ਉਹਨਾਂ ਨੇ ਦਿਲ ਨਾ ਛੱਡਿਆ। ਉਹਨਾਂ ਨੇ ਫੈਸਲਾ ਕਰ ਲਿਆ ਕਿ ਪਿਛਾਂਹ ਮੁੜ ਕੇ ਮਾਂਝੇ ਵਿੱਚ ਜਾਇਆ ਜਾਵੇ, ਪਰ ਰਾਵੀ ਚੜੀ ਹੋਈ ਸੀ। ਉਸ ਵਿੱਚ ਦੀ ਲੰਘਣਾ ਅਸੰਭਵ ਜਾਪਦਾ ਸੀ। ਸਰਦਾਰ ਗੁਰਦਿਆਲ ਸਿੰਘ ਡੱਲੇਵਾਲ ਦੇ ਦੋਹਾਂ ਗੱਭਰੂ ਭਰਾਵਾਂ ਨੇ ਕਿਹਾ, ਅਸੀਂ ਰਾਵੀ ਵਿੱਚ ਘੋੜੇ ਟਹਿਲ ਦਿੰਦੇ ਹਾਂ ਤੇ ਵੇਖਦੇ ਹਾਂ ਕਿ ਪਾਰ ਪੁੱਜਿਆ ਜਾ ਸਕਦਾ ਹੈ ਕਿ ਨਹੀਂ। ਜੇ ਅਸੀਂ ਪਾਰ ਪਹੁੰਚ ਗਏ ਤਾਂ ਸਾਰੇ ਠਿਲ ਪੈਣ, ਜੇ ਅਸੀਂ ਵਿੱਚ ਹੀ ਰਹੇ ਤਾਂ ਤੁਸੀਂ ਕੋਈ ਹੋਰ ਵਿਉਂਤ ਸੋਚਣੀ। ਪਰ ਉਹ ਰੁੜ ਗਏ। ਆਗੂਆਂ ਨੇ ਫੈਸਲਾ ਕੀਤਾ ਕਿ ਜਿਹੜੇ ਪੈਦਲ ਹਨ ਉਹ ਤਾਂ ਅੱਗਾ ਪਹਾੜਾਂ ਵੱਲ ਨੂੰ ਚਲੇ ਜਾਣ ਅਤੇ ਜਿਨ੍ਹਾਂ ਪਾਸ ਘੋੜੇ ਹਨ ਉਹ ਵੈਰੀ ਦੇ ਦਲ ਦੇ ਵਿੱਚ ਚੀਰ ਕੇ ਲੰਘ ਜਾਣ ਦਾ ਯਤਨ ਕਰਨ। ਹੁਣ ਜਿਹੜੇ ਪਹਾੜਾਂ ਵੱਲ ਨੂੰ ਚਲੇ ਗਏ ਉਹ ਮੰਡੀ ਦੇ ਕੁੱਲੂ ਦੇ ਇਲਾਕਿਆਂ ਵਿੱਚ ਬੜੇ ਕਸ਼ਟ ਚੱਲਦੇ ਫਿਰਦੇ ਅਤੇ ਵਕਤਾਂ ਭਰੇ 6 ਮਹੀਨੇ ਕੱਟ ਕੇ ਕੀਰਤਪੁਰ ਖਾਲਸੇ ਨੂੰ ਜਾ ਮਿਲੇ। ਬਾਕੀ ਦੇ ਸਿੰਘ ਭਾਈ ਸੁੱਖਾ ਸਿੰਘ ਜੀ ਮਾੜੀ ਕੰਬੋ ਦੀ ਕਮਾਨ ਹੇਠ ਵੈਰੀ ਦੇ ਦਲ ਉੱਪਰ ਹਮਲਾ ਕਰਨ ਲਈ ਉੱਥੇ ਹੀ ਰੁਕੇ। ਸਰਦਾਰ ਸੁੱਖਾ ਸਿੰਘ ਜੀ ਮਾੜੀ ਕੰਬੋ ਕੀ ਵਾਲੇ ਨੇ ਕਿਹਾ ਕਿ ਸਿੰਘੋ, ਕਿਉਂ ਜਾਨ ਲੁਕਾਉਂਦੇ ਫਿਰਦੇ ਹੋ? ਹੁਣ ਇਸ ਤਰ੍ਹਾਂ ਲੁਕ ਕੇ ਮਰਨ ਨਾਲੋਂ ਸਿੱਧੇ ਹੋ ਕੇ ਵੈਰੀ ਨਾਲ ਲੜ ਕੇ ਮਰੋ। ਆਓ ਮੇਰੇ ਮਗਰ ਆਓ, ਜਿਸਨੇ ਮਰਦਾਂ ਵਾਂਗ ਲਖਪਤ ਨਾਲ ਲੜਨਾ ਹੈ। ਇਹ ਲਲਕਾਰਾ ਸੁਣ ਕੇ ਸਤਿ ਸ਼੍ਰੀ ਅਕਾਲ ਤੇ ਰਾਜ ਕਰੇਗਾ ਖਾਲਸਾ ਦੇ ਜੈਕਾਰੇ ਛੱਡਦੇ ਹੋਏ ਸਿੰਘ ਵੈਰੀ ਉੱਤੇ ਟੁੱਟ ਪਏ। ਬੜੀ ਕਮਸਾਨ ਦੀ ਲੜਾਈ ਹੋਈ। ਲਖਪਤ ਰਾਏ ਜ਼ੰਬੂਰਿਆਂ ਦੇ ਵਿਚਕਾਰ ਨਾਲ ਅੰਬਾਰੀ ਵਾਲੇ ਹਾਥੀ ਉੱਤੇ ਬੈਠਾ ਹੋਇਆ। ਸਰਦਾਰ ਸੁੱਖਾ ਸਿੰਘ ਨੇ ਸਹੁੰ ਕੱਢ ਕੇ ਲਖਪਤ ਉੱਤੇ ਹੱਲਾ ਕੀਤਾ। ਸਿੰਘ ਨੂੰ ਆਉਂਦਾ ਵੇਖ ਕੇ ਲਖਪਤ ਹਾਥੀ ਤੋਂ ਘੋੜੇ ਤੇ ਹੋ ਬੈਠਾ ਤੇ ਨਸਣ ਦੀ ਸੋਚਣ ਲੱਗਾ। ਐਨ ਉਸੇ ਵੇਲੇ ਜ਼ੰਬੂਰੇ ਦਾ ਇੱਕ ਗੋਲਾ ਸਰਦਾਰ ਸੁੱਖਾ ਸਿੰਘ ਦੀ ਲੱਤ ਤੇ ਆ ਵਜਾ ਤੇ ਪੱਟ ਤੋਂ ਲੱਤ ਟੁੱਟ ਗਈ। ਸਿੰਘ ਜੀ ਨੇ ਹੌਸਲਾ ਨਹੀਂ ਹਾਰਿਆ। ਉਹਨਾਂ ਨੇ ਆਪਣੀ ਪੱਗ ਪਾੜ ਕੇ ਲੱਤ ਕਾਟੀ ਦੇ ਖੰਨੇ ਨਾਲ ਬੰਨ੍ਹ ਲਈ ਤੇ ਤਲਵਾਰ ਚਲਾਈ ਗਈ। ਜਿੱਥੇ ਲੋੜ ਪੈਂਦੀ ਗੋਲਾ ਛੇੜ ਕੇ ਉੱਥੇ ਪੁੱਜਦੇ ਰਹੇ। ਹੋਰ ਸਿੰਘ ਵੀ ਬੜੀ ਬਹਾਦਰੀ ਨਾਲ ਲੜੇ। ਬਹੁਤ ਸਾਰੇ ਸਿੰਘ ਸ਼ਹੀਦ ਹੋਏ, ਪਰ ਉਹਨਾਂ ਨਾਲੋਂ ਕਈ ਗੁਣਾ ਵੱਧ ਵੈਰੀ ਵੀ ਮਾਰੇ ਗਏ। ਲਖਪਤ ਦੀ ਮਦਦ ਵਾਸਤੇ ਉਹਦਾ ਪੁੱਤਰ ਹਰਭਜ ਰਾਏ ਤੇ ਯਹੀਆ ਖਾਨ ਦਾ ਪੁੱਤਰ ਨਾਹਰ ਖਾਨ ਆਦਿ ਕਈ ਜਰਨੈਲ ਆ ਗਏ। ਇਧਰੋਂ ਸਰਦਾਰ ਸੁੱਖਾ ਸਿੰਘ ਦੀ ਮਦਦ ਵਾਸਤੇ ਸਰਦਾਰ ਜੱਸਾ ਸਿੰਘ ਜੀ ਤੇ ਹੋਰ ਕਈ ਸਰਦਾਰ ਆ ਗਏ। ਬੜੀ ਲਹੂ ਡੋਲਵੀ ਲੜਾਈ ਹੋਈ। ਇਸ ਵਿੱਚ ਸਿੱਖਾਂ ਨਾਲੋਂ ਲਖਪਤ ਦਾ ਕਈ ਗੁਣਾ ਵਧੇਰਾ ਨੁਕਸਾਨ ਹੋਇਆ। ਉਹਦਾ ਪੁੱਤਰ ਹਰਭਜ ਰਾਏ, ਸੂਬੇਦਾਰ ਯਹੀਆ ਖਾਨ ਦਾ ਪੁੱਤਰ ਨਾਹਰ ਖਾਨ, ਕਰਮ ਬਖਸ਼ ਫੌਜਦਾਰ ਰਸੂਲ ਨਗਰੀਆ ਤੇ ਮਖਮੂਰ ਖਾਂ ਆਦਿ ਕਈ ਸੂਰਮੇ ਸਿੰਘਾਂ ਹੱਥੋਂ ਮਾਰੇ ਗਏ। ਹਨੇਰਾ ਪੈਣ ਤੱਕ ਸਿੰਘ ਹੌਲੀ-ਹੌਲੀ ਦੁਸ਼ਮਣ ਦੀ ਫੌਜ ਨੂੰ ਚੀਰ ਕੇ ਲੰਘੇ 2 ਮੀਲ ਦੀ ਵਿੱਥ ਤੇ ਜਾ ਰੁਕੇ। ਸਾਰਿਆਂ ਨੂੰ ਹੀ ਫਟ ਲੱਗੇ ਹੋਏ ਸਨ। ਉਹਨਾਂ ਪਾਸ ਖਾਣ ਪੀਣ ਨੂੰ ਕੁਝ ਵੀ ਨਹੀਂ ਸੀ। ਅੱਧੀ ਕੋ ਰਾਤ ਨੂੰ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਰੱਜ ਲੀੜ ਕੇ ਆਰਾਮ ਨਾਲ ਪਏ ਹੋਏ ਵੈਰੀ ਉੱਪਰ ਹੱਲਾ ਬੋਲਿਆ ਜਾਵੇ ਤੇ ਜੋ ਕੁਝ ਮਿਲ ਸਕੇ ਖੋ ਕੇ ਲਿਆਂਦਾ ਜਾਵੇ। ਇਉਂ ਹੀ ਕੀਤਾ ਗਿਆ। ਵੈਰੀ ਬੇਫਿਕਰ ਸੁੱਤੇ ਹੋਏ ਸਨ। ਚੋਖਾ ਸਮਾਨ ਵੀ ਇਹਨਾਂ ਦੇ ਹੱਥ ਲੱਗਾ। ਕੁਝ ਚਿਰ ਮਗਰੋਂ ਸਿੰਘ ਪਿਛਾਂ ਨੂੰ ਹਰਨ ਹੋ ਗਏ ਅਤੇ ਸੰਘਣੇ ਜੰਗਲ ਵਿੱਚ ਜਾ ਵੜੇ। ਇਹ ਵਾਕਿਆ 1 ਜੂਨ ਸਨ 1744 ਦਾ ਹੈ। ਇਸ ਘਟਨਾ ਨੇ ਲਖਪਤ ਦੇ ਅੰਦਰ ਨਵੇਂ ਸਿਰਿਓਂ ਅੱਗ ਲਾ ਦਿੱਤੀ। ਭਰਾ ਦਾ ਸਾਲ ਅਜੇ 18 ਹੀ ਸੀ ਕਿ ਨਵਾਂ ਪੁੱਤਰ ਦਾ ਸਾਲ ਸੀਨੇ ਪੈ ਗਿਆ। ਫਿਰ ਸਿੱਖਾਂ ਦੀ ਇਹ ਦਲੇਰੀ ਕਿ ਉਹ ਹਾਰ ਕੇ ਨਸੇ ਹੋਏ ਭੌਂ ਕੋ ਸ਼ਾਹੀ ਫੌਜ ਉੱਤੇ ਛਾਪਾ ਮਾਰਨ। ਲਖਪਤ ਨੇ ਮੁਲਖਈਆਂ ਇਕੱਠਾ ਕਰਕੇ ਢੋਲ ਵਜਾ ਕੇ ਚੱਲ ਵਿੱਚੋਂ ਸ਼ਿਕਾਰ ਵਾਂਗ ਸਿੱਖਾਂ ਨੂੰ ਭਾਲਣ ਤੇ ਲਾ ਦਿੱਤਾ। ਸਿੰਘਾਂ ਆਪਣੇ ਵਾਰ ਕਰਕੇ ਖਰਨ ਹੋਣ ਦੀ ਕੀਤੀ। ਉਹ ਰਾਵੀ ਦੇ ਸੱਜੇ ਕੰਢੇ ਲਾਹੌਰ ਨੂੰ ਆ ਰਹੇ ਸਨ। ਲਖਪਤ ਵੀ ਵਿੱਚੇ ਦਬਾਈ ਮਗਰੇ ਆ ਰਿਹਾ ਸੀ। ਸਿੰਘਾਂ ਰਾਵੀ ਪਾਰ ਹੋਣ ਦੀ ਠਾਣੀ। ਕਰੀਬ 2-3 ਹਜ਼ਾਰ ਸਿੰਘ ਰਾਵੀ ਪਾਰ ਕਰਕੇ ਗੁਰਦਾਸਪੁਰ ਦੀ ਰਿਆੜਕੀ ਇਲਾਕੇ ਵਿੱਚ ਜਾ ਪੁੱਜੇ। ਇਹ ਇਲਾਕਾ ਤਪ ਦੀ ਗਰਮੀ ਨਾਲ ਛਲਕ ਰਿਹਾ ਸੀ। ਸਿੰਘ ਥੱਕੇ ਹੋਏ ਸਨ, ਪੈਰਾਂ ਤੋਂ ਨੰਗੇ ਸਨ, ਜ਼ਖਮੀ ਸਨ ਤੇ ਉੱਪਰੋਂ ਭੁੱਖੇ ਵੀ ਸਨ, ਪਰ ਉਹਨਾਂ ਨੇ ਅਕਾਲ ਪੁਰਖ ਦਾ ਓਟ ਤੇ ਆਸਰਾ ਨਹੀਂ ਛੱਡਿਆ।
ਉਹਨਾਂ ਨੇ ਆਪਣੇ ਕੱਪੜੇ ਪਾੜ ਕੇ ਪੈਰਾਂ ਉੱਪਰ ਬੰਨੇ। ਇਸ ਤਰ੍ਹਾਂ ਪੈਰਾਂ ਉੱਤੇ ਪੱਟੀਆਂ ਬੰਨ ਕੇ ਉਹ ਰੇਤਲੇ ਇਲਾਕੇ ਵਿੱਚ ਦੀ ਲੰਘ ਕੇ ਬਿਆਸ ਵੱਲ ਨੂੰ ਹੋਏ। ਸ਼੍ਰੀ ਹਰਗੋਬਿੰਦਪੁਰ ਦੇ ਪਤਨ ਤੇ ਉਹਨਾਂ ਨੇ ਬਿਆਸ ਪਾਰ ਕੀਤਾ। ਸਿੱਖ ਇਤਿਹਾਸਕਾਰ ਲਿਖਦੇ ਨੇ ਕਿ ਉਸ ਇਲਾਕੇ ਦੇ ਵਿੱਚ ਉਸ ਸਮੇਂ ਇਤਨੀ ਕੁ ਗਰਮੀ ਪੈ ਰਹੀ ਸੀ ਕਿ ਜਦੋਂ ਸਿੰਘਈਆਪੁਰ ਦੇ ਨੇੜੇ ਪੁੱਜੇ ਤਾਂ ਉਹਨਾਂ ਨੇ ਆਪਣੀਆਂ ਢਾਲਾਂ ਨੂੰ ਸਰਦੀ ਰੇਤ ਵਿੱਚ ਨੱਪ ਕੇ ਉਹਨਾਂ ਉੱਪਰ ਰੋਟੀਆਂ ਸੇਕਣ ਲਈ ਤਾਰੀਆਂ। ਐਨ ਉਸ ਵੇਲੇ ਕੁਝ ਪਠਾਨ ਇਹਨਾਂ ਉੱਪਰ ਆ ਪਏ। ਇਹ ਉਹਨਾਂ ਦਾ ਤਾਂ ਕੰਮ ਪਾਰ ਕਰ ਦਿੰਦੇ ਅਤੇ ਰੋਟੀਆਂ ਵੀ ਖਾ ਲੈਂਦੇ, ਪਰ ਉਸ ਵੇਲੇ ਪਤਾ ਲੱਗਾ ਕਿ ਲਖਪਤ ਵੀ ਦਰਿਆ ਪਾਰ ਕਰ ਚੁੱਕਿਆ ਹੈ ਅਤੇ ਨੇੜੇ ਪੁੱਜ ਚੁੱਕਿਆ ਹੈ। ਸਿੰਘਾਂ ਨੇ ਉੱਥੋਂ ਕੂਚ ਕਰ ਦਿੱਤਾ ਅਤੇ ਸਤਲੁਜ ਵੱਲ ਨੂੰ ਹੋਏ। ਇਸ ਤਰ੍ਹਾਂ ਦੇ ਜਾਹੋ ਜਹਾਲ ਕਰਦੇ ਹੋਏ ਸਿੱਖ ਮਾਲਵੇ ਵਿੱਚ ਪੁੱਜ ਗਏ। ਲਖਪਤ ਰਾਏ ਲੜ ਕੇ ਹੰਭ ਗਿਆ ਸੀ। ਉਸ ਦੀ ਫੌਜ ਕਾਫੀ ਮਰ ਖਪ ਚੁੱਕੀ ਸੀ। ਉਹ ਲਾਹੌਰ ਨੂੰ ਮੁੜ ਗਿਆ। ਇਧਰੋਂ ਜਿਹੜੇ ਸਿੰਘ ਪਹਾੜਾਂ ਤੇ ਚੜ ਗਏ ਸਨ, ਉਹਨਾਂ ਨੇ ਵੀ ਬੜੀ ਔਖਿਆਈ ਚੱਲੀ। ਪਹਾੜੀਆਂ ਉਹਨਾਂ ਦੇ ਵੈਰੀ ਬਣ ਗਏ। ਜੇ ਉਹ ਇੱਕ ਥਾਂ ਤੋਂ ਰਾਤ ਬਰਾਤੇ ਨਸ ਕੇ ਦੂਜੇ ਥਾਂ ਜਾਂਦੇ ਤਾਂ ਉਹ ਜਿਹਾ ਸਲੂਕ ਅੱਗੇ ਹੁੰਦਾ, ਉਹਨਾਂ ਨੂੰ ਮੁੱਲ ਨੂੰ ਵੀ ਕੋਈ ਚੀਜ਼ ਨਾ ਦਿੰਦੇ। ਇਸ ਮੁਹਿੰਮ ਦੇ ਵਿੱਚ ਕਈ ਇਤਿਹਾਸਕਾਰ ਲਿਖਦੇ ਹਨ ਕਿ ਘੱਟੋ ਘੱਟ 7000 ਸਿੰਘ ਸ਼ਹੀਦ ਕੀਤੇ ਗਏ। ਕਈ ਲਿਖਦੇ ਹਨ ਕਿ 10 ਤੋਂ 12000 ਸਿੰਘਾਂ ਨੂੰ ਸ਼ਹੀਦ ਕੀਤਾ ਗਿਆ। ਪਰ ਸਿੱਖ ਇਤਿਹਾਸ ਦੇ ਵਿੱਚ ਇੱਕ ਬਹੁਤ ਮਹਾਨ ਪਦਵੀ ਰੱਖਣ ਵਾਲੇ ਤੇ ਪ੍ਰਾਚੀਨ ਪੰਥ ਪ੍ਰਕਾਸ਼ ਦੇ ਰਤਨਹਾਰ ਭਾਈ ਰਤਨ ਸਿੰਘ ਜੀ ਭੰਗੂ, ਜਿਨ੍ਹਾਂ ਦੇ ਪਿਤਾ ਸਰਦਾਰ ਰਾਏ ਸਿੰਘ ਜੀ ਇਸ ਘੱਲੂਘਾਰੇ ਵਿੱਚ ਸਰਦਾਰ ਸੁੱਖਾ ਸਿੰਘ ਜੀ ਦੇ ਨਾਲ ਸਨ, ਉਹ ਆਪਣੀ ਪੰਥ ਪ੍ਰਕਾਸ਼ ਦੇ ਵਿੱਚ ਪੰਨਾ 208 ਦੇ ਵਿੱਚ ਲਿਖਦੇ ਹਨ, ਕਹੂ ਕਹੈ ਮੋਇ 40,000, ਕਹੂ ਕਹੈ ਸਿੰਘ ਬੋਏ ਪਏ ਮਾਰ, ਕਹੂ ਕਹੈ ਸਿੰਘ 40,000 ਸਾਰੇ, ਤਿੰਨ ਮੇ ਬਚੇ 6-7 ਕੋ ਹਜ਼ਾਰ ਸਾਰੇ, ਕਹੂ ਕਹੈ ਦਲ ਆਏ 50, ਤਿੰਨ ਮੇ ਭਇਓ 40,000 ਕੋ ਨਾਸ। ਭਾਵ 30-40,000 ਸਿੰਘ ਮਾਰੇ ਗਏ ਹਨ। ਇਸ ਤਰ੍ਹਾਂ ਹੀ ਡਾਕਟਰ ਗੰਡਾ ਸਿੰਘ ਜੀ ਸਿੱਖ ਇਤਿਹਾਸ ਬਾਰੇ ਪੰਨਾ 93 ਦੇ ਵਿੱਚ 10-12,000 ਸਿੰਘ ਸ਼ਹੀਦ ਹੋਏ ਦੱਸਦੇ ਹਨ। ਖੈਰ, ਇਹਨਾਂ 2.5 ਮਹੀਨਿਆਂ ਦੇ ਵਿੱਚ ਹਜ਼ਾਰਾਂ ਦੇ ਸਿੰਘ ਕਤਲ ਹੋ ਗਏ ਸਨ। ਇਸ ਤੋਂ ਇਲਾਵਾ ਲਖਪਤ ਰਾਏ ਕਰੀਬ 3000 ਸਿੱਖਾਂ ਨੂੰ ਕੈਦ ਕਰਕੇ ਲਾਹੌਰ ਲੈ ਗਏ ਸੀ, ਜਿੱਥੇ ਨਿਖਾਸ ਚੌਕ ਦੇ ਵਿੱਚ ਇਹਨਾਂ ਨੂੰ ਬਹੁਤ ਸਖਤ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਉਹਨਾਂ ਦੇ ਸੀਸਾਂ ਦੇ ਮੁਨਾਰੇ ਬਣਾਏ ਗਏ ਅਤੇ ਉਹਨਾਂ ਦੀਆਂ ਦੇਹਾਂ ਨੂੰ ਇੱਕ ਮਸਜਿਦ ਦੇ ਕੰਢ ਹੇਠ ਦਬਾਇਆ ਗਿਆ। ਇਹ ਪਹਿਲਾ ਮੌਕਾ ਸੀ ਜਦ ਕਿ ਸਿੱਖਾਂ ਦਾ ਇੱਕੇ ਮੁਹਿੰਮ ਵਿੱਚ ਇੰਨਾ ਵੱਡਾ ਨੁਕਸਾਨ ਹੋਇਆ। ਇਸੇ ਸਾਕੇ ਨੂੰ ਸਿੱਖ ਇਤਿਹਾਸ ਦੇ ਵਿੱਚ ਛੋਟਾ ਘੱਲੂਘਾਰਾ ਕਹਿੰਦੇ ਹਨ। ਪਰ ਉਹ ਕਹਿੰਦੇ ਹਨ ਨਾ ਕਿ ਜਿਸਨੇ ਵੀ ਜਿੰਨਾ ਪਾਪ ਕਮਾਇਆ ਹੁੰਦਾ ਹੈ, ਉਸ ਦੇ ਪਾਪ ਦੇ ਬਿਨਾਂ ਤੇ ਹੀ ਉਸ ਨੂੰ ਐਸੀ ਮੌਤ ਵੀ ਹੁੰਦੀ ਹੈ। ਅੱਗੇ ਜਾ ਕੇ ਯਹੀਆ ਖਾਂ, ਲਖਪਤ ਰਾਏ ਹੋਰ ਅਨੇਕਾਂ ਸਿੰਘਾਂ ਦੇ ਵੈਰੀਆਂ ਨੇ ਕੋ ਕੇ ਤਸੀਹੇ ਦੇ ਕੇ ਆਪਣੀ ਮੌਤ ਹੰਢਾਈ। ਉਹ ਅਸੀਂ ਵਿਚਾਰ ਕਿਸੇ ਅਲੱਗ ਵੀਡੀਓ ਦੇ ਵਿੱਚ ਕਰਾਂਗੇ। ਅੱਜ ਦੀ ਵੀਡੀਓ ਦੇ ਵਿੱਚ ਕੇਵਲ ਇੰਨਾ ਹੀ। ਉਮੀਦ ਹੈ ਆਪ ਸਾਰਿਆਂ ਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ। ਜੇਕਰ ਆਪ ਜੀ ਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਦਾ ਬਟਨ ਦਬਾ ਦਿਓ। ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਤਾਂ ਜੋ ਇਹ ਗੌਰਵਸ਼ਾਲੀ ਇਤਿਹਾਸ ਹਰ ਕਿਸੇ ਪਾਸ ਪਹੁੰਚੇ। ਤੇ ਨਾਲ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਕਮੈਂਟ ਦੇ ਵਿੱਚ ਆਪਣੇ ਸੁਝਾਅ ਭੇਜਣੇ ਜੀ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।